हेलो दोस्तों, ਅੱਜ ਆਪਾਂ ਬਿਲਕੁਲ ਨਵੇਂ ਟੌਪਿਕ ਸਰਲ ਸਮੀਕਰਨਾਂ ਦੀ ਗੱਲ ਕਰਨ ਜਾ ਰਹੇ ਹਾਂ। ਇਹ ਜੋ ਟੌਪਿਕ ਹੈ ਅਗਲੀਆਂ ਕਲਾਸਾਂ ਦੇ ਵਿੱਚ ਬੜਾ ਇੰਪੋਰਟੈਂਟ ਟੌਪਿਕ ਹੈ। ਇੱਥੇ ਆਪਣਾ ਇਹਦਾ ਬੇਸ ਹੈ, ਇੱਥੋਂ ਸਟਾਰਟ ਹੁੰਦਾ ਹੈ, ਤਾਂ ਇਹਨੂੰ ਆਪਾਂ ਬੜਾ ਡਿਟੇਲ ਦੇ ਵਿੱਚ ਗੱਲ ਕਰਾਂਗੇ। ਸਮੀਕਰਨ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਬੀਜ ਗਣਿਤਕ ਵਿਅੰਜਕ ਦੀ, ਕਿਉਂਕਿ ਪਹਿਲਾਂ ਇਹ ਚੀਜ਼ ਕਲੀਅਰ ਹੋਏ ਫਿਰ ਆਪਾਂ ਸਮਝਾਂਗੇ ਅਸਲ ਦੇ ਵਿੱਚ ਸਮੀਕਰਨ ਕੀ ਹੁੰਦੀ ਹੈ। ਬੀਜ ਗਣਿਤਕ ਨੂੰ ਕੀ ਬੋਲਦੇ ਹੈ? ਅਲਜਬਰਿਕ ਐਕਸਪ੍ਰੈਸ਼ਨ। ਅਲਜਬਰਿਕ ਐਕਸਪ੍ਰੈਸ਼ਨ। ਤਾਂ ਬੀਜ ਗਣਿਤਕ ਵਿਅੰਜਕ ਕੀ ਹੁੰਦਾ ਹੈ? ਉਹ ਵਿਅੰਜਕ ਜੋ ਚਲ ਅਤੇ ਅਚਲ ਦੇ ਸੰਬੰਧ ਦੇ ਰੂਪ ਵਿੱਚ ਹੁੰਦਾ ਹੈ। ਹੁਣ ਸਭ ਤੋਂ ਵੱਡੀ ਸਮੱਸਿਆ ਇਹ ਚੱਲ ਤੇ ਅਚਲ ਕੀ ਹੁੰਦੇ ਨੇ, ਹੈ ਨਾ? ਚੱਲ ਤੇ ਅਚਲ ਕੀ ਹੁੰਦੇ ਨੇ? ਇੱਥੇ ਮੈਂ ਦੋ ਨਾਮ ਲਿਖੇ ਹੈ। ਇੱਕ ਚੱਲ ਲਿਖਿਆ ਜਿਹਨੂੰ ਇੰਗਲਿਸ਼ ਦੇ ਵਿੱਚ ਆਪਾਂ ਵੇਰੀਏਬਲ ਬੋਲਦੇ ਹਾਂ, ਇੱਕ ਅਚਲ ਜਿਹਨੂੰ ਆਪਾਂ ਕਾਂਸਟੈਂਟ ਬੋਲਦੇ ਆ। ਚੱਲ ਦਾ ਨਾਮ ਦੱਸ ਰਿਹਾ ਚੱਲਣਾ। ਚੱਲ ਹੁੰਦਾ ਚੱਲਣਾ, ਪਰ ਤੂੰ ਮੇਰੇ ਨਾਲ ਚੱਲ, ਅੱਜ ਆਪਾਂ ਚੱਲੀਏ, ਚੱਲਣਾ। ਤਾਂ ਇਹਦਾ ਮਤਲਬ ਜਿਹਦੀ ਕੀਮਤ ਚੱਲਦੀ ਰਹਿੰਦੀ ਹੈ। ਇਹਦਾ ਮਤਲਬ ਜਦੋਂ ਆਪਾਂ ਮੈਥ ਦੀ ਭਾਸ਼ਾ 'ਚ ਗੱਲ ਕਰਾਂਗੇ ਜਿਹਦੀ ਕੀਮਤ ਬਦਲਦੀ ਰਹਿੰਦੀ ਹੈ। ਤਾਂ ਫਿਰ ਚੱਲ ਕੀ ਹੁੰਦਾ ਹੈ? ਜਿਸ ਦੀ ਕੀਮਤ ਬਦਲਦੀ ਹੋਵੇ ਉਹ ਕੀ ਹੁੰਦਾ ਹੈ? ਚੱਲ ਹੁੰਦਾ। ਤੇ ਅਕਸਰ ਇਸ ਨੂੰ ਆਪਾਂ ਜੋ ਆਪਣੇ ਇੰਗਲਿਸ਼ ਅਲਫਾਬੈਟ ਨੇ, ਅੰਗਰੇਜ਼ੀ ਦੇ ਅੱਖਰ ਨੇ, ਉਹਨਾਂ ਦੇ ਨਾਲ ਦਰਸਾਉਂਦੇ ਆ ABCDXYZPQR। ਤਾਂ ਆਪਾਂ ਅਲੱਗ-ਅਲੱਗ ਇੰਗਲਿਸ਼ ਦੇ ਅੱਖਰ ਦੇ ਨਾਲ ਚੱਲ ਨੂੰ ਦਰਸਾਉਂਦੇ ਆ ਜ਼ਿਆਦਾਤਰ। ਉਦੋਂ ਬਾਅਦ ਆ ਗਈ ਗੱਲ ਕਾਂਸਟੈਂਟ ਦੀ, ਅਚਲ। ਹੁਣ ਚੱਲ ਤਾਂ ਹੋ ਗਿਆ ਚੱਲਣਾ ਜਿਹਦੀ ਕੀਮਤ ਬਦਲਦੀ ਹੋਵੇ, ਤਾਂ ਫਿਰ ਅਚਲ ਕੀ ਹੋ ਗਿਆ? ਜਿਹਦੀ ਕੀਮਤ ਕੀ ਹੋਵੇ? ਨਾ ਬਦਲੇ, ਸਥਿਰ ਹੋਵੇ। ਜਿਸ ਦੀ ਕੀਮਤ ਸਥਿਰ ਹੋਵੇ। ਤੇ ਆਪਾਂ ਜ਼ਿਆਦਾਤਰ ਇਸ ਨੂੰ ਜੋ ਆਪਣੀਆਂ ਗਣਿਤ ਦੀਆਂ ਸੰਖਿਆਵਾਂ ਨੇ ਉਹਨੂੰ ਬੋਲਦੇ ਹਾਂ ਜ਼ਿਆਦਾਤਰ, ਕਿਉਂਕਿ ਆਪਾਂ ਫਿਲਹਾਲ ਸਟਾਰਟਿੰਗ ਦੀ ਗੱਲ ਕਰ ਰਹੇ ਹਾਂ। ਤਾਂ ਜਿਹੜੀਆਂ ਵੀ ਗਣਿਤ ਦੀਆਂ ਸੰਖਿਆਵਾਂ ਨੇ 4 5 6 8 1 10 ਜੋ ਵੀ ਹੈ, ਉਹ ਸਾਰਿਆਂ ਨੂੰ ਆਪਾਂ ਕੀ ਬੋਲਦੇ ਹਾਂ? ਅਚਲ ਬੋਲਦੇ ਹਾਂ। ਤਾਂ ਫਿਰ ਬੀਜ ਗਣਿਤਕ ਵਿਅੰਜਕ ਕੀ ਹੋ ਗਿਆ? ਚੱਲ ਅਤੇ ਅਚਲ ਦੇ ਵਿਚਕਾਰ ਸੰਬੰਧ ਕਿਵੇਂ? x + 5। ਹੁਣ x ਕੀ ਹੈ ਮੈਨੂੰ ਨਹੀਂ ਪਤਾ। ਉਦਾਹਰਨ ਦੇ ਤੌਰ ਤੇ, ਕਿਉਂਕਿ ਆਪਾਂ ਜਿਹੜੇ ਹੁਣ ਚੱਲ ਹੁੰਦਾ ਨਾ, ਇਸ ਕੁਆਂਟੀਟੀ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ। ਮੈਂ ਇੱਕ ਉਦਾਹਰਨ ਲੈ ਰਿਹਾ, ਸਮਝਾ ਰਿਹਾ ਇਸ ਨੂੰ। x ਮੰਨ ਲਓ ਹੋ ਗਿਆ ਤੁਹਾਡੀ ਕਲਾਸ ਦੇ ਵਿੱਚ ਕੁੜੀਆਂ ਦੀ ਸੰਖਿਆ। ਤਾਂ ਫਿਰ x + 5 ਦਾ ਮਤਲਬ ਕੀ ਹੋ ਗਿਆ? ਕੁੜੀਆਂ ਦੀ ਸੰਖਿਆ 5 ਵੱਧ ਗਈ। ਠੀਕ। y - 3, y ਨੂੰ ਕੁਝ ਹੋਰ ਲੈ ਲਓ, ਅਧਿਆਪਕਾਂ ਦੀ ਸੰਖਿਆ ਲੈ ਲਓ, ਅਧਿਆਪਕਾਂ ਦੀ ਸੰਖਿਆ -3। 2t + 5। ਤਾਂ ਇਸ ਤਰੀਕੇ ਦੇ ਨਾਲ ਜਦੋਂ ਚੱਲ ਅਤੇ ਅਚਲ ਵਿਚਕਾਰ ਸੰਬੰਧ ਦਰਸਾਇਆ ਜਾਂਦਾ ਹੈ ਪਲੱਸ ਮਾਈਨਸ ਗੁਣਾ ਦੇ ਨਾਲ, ਉਹ ਸਾਰੇ ਕੀ ਹੁੰਦੇ ਨੇ? ਅਲਜਬਰਿਕ ਐਕਸਪ੍ਰੈਸ਼ਨ, ਬੀਜ ਗਣਿਤਕ ਵਿਅੰਜਕ ਹੁੰਦੇ ਨੇ ਉਹ ਸਾਰੇ। ਠੀਕ। ਤਾਂ ਇਹ ਹੋ ਗਿਆ ਅਲਜਬਰਿਕ ਐਕਸਪ੍ਰੈਸ਼ਨ। ਹੁਣ ਆਪਾਂ ਜੋ ਗੱਲ ਕਰਨੀ ਹੈ ਅਸਲ ਦੇ ਵਿੱਚ, ਉਹ ਆਪਾਂ ਸਮੀਕਰਨ ਦੀ ਗੱਲ ਕਰਨੀ ਹੈ। ਜਿੱਥੇ ਆਪਾਂ ਗੱਲ ਸਮੀਕਰਨ ਤੇ ਵਿਅੰਜਕ ਦੇ ਵਿੱਚ ਕੀ ਫਰਕ ਹੈ, ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਮੈਂ ਉਦਾਹਰਨ ਲੈ ਕੇ ਸਮਝਾਣਾ। ਆਪਾਂ x + 5 ਲਿਆ, ਪਹਿਲੀ ਉਦਾਹਰਨ ਮੈਂ ਲੈ ਰਿਹਾ। ਹੁਣ ਇੱਥੇ ਮੈਂ ਤੁਹਾਨੂੰ ਕਿਹਾ ਸੀ ਕੁੜੀਆਂ ਦੀ ਸੰਖਿਆ 'ਚ 5 ਵੱਧ ਗਿਆ, ਇਹੀ ਕਿਹਾ ਸੀ ਨਾ। ਮੰਨ ਲਓ ਕੁੜੀਆਂ ਦੀ ਗਿਣਤੀ ਹੈਗੀ ਹੈ 12, ਤਾਂ x ਕਿੰਨਾ ਹੋ ਗਿਆ? 12। ਤਾਂ ਇਹ ਹੱਲ ਕਰਕੇ ਕਿੰਨਾ ਆ ਗਿਆ? 17। ਤਾਂ ਇਹਦਾ ਮਤਲਬ ਇਹਦੀ ਕੀਮਤ ਇਹਦੇ ਬਰਾਬਰ ਆ ਗਈ। ਅਗਰ x ਨੂੰ ਆਪਾਂ 12 ਲਿਆ, ਕੁੜੀਆਂ ਦੀ ਸੰਖਿਆ 12 ਲਈ ਹੈ, ਤਾਂ ਕੀ ਫਿਰ ਕਿਹਾ? x + 5 ਬਰਾਬਰ ਆਪਾਂ 17 ਲਿਆ ਇਸ ਕੇਸ ਦੇ ਵਿੱਚ। ਤਾਂ ਇਹ ਸਮੀਕਰਨ ਹੁੰਦੀ ਹੈ।
ਸਮੀਕਰਨ ਦੀ ਖਾਸੀਅਤ ਕੀ ਹੁੰਦੀ ਹੈ? ਇਸ ਵਿੱਚ ਬਰਾਬਰ ਦਾ ਨਿਸ਼ਾਨ ਹੁੰਦਾ ਹੈ, ਇਕੁਅਲ ਦਾ ਬਰਾਬਰ ਦਾ ਨਿਸ਼ਾਨ ਹੁੰਦਾ ਹੈ ਅਤੇ ਦੋਹਾਂ ਪਾਸੇ ਬੀਜ ਗਣਿਤਕ ਵਿਅੰਜਕ ਹੁੰਦੇ ਹਨ। ਇੱਥੇ ਮੈਂ ਇੱਕ ਗੱਲ ਹੋਰ ਕਲੀਅਰ ਕਰਾਂ ਕਿ ਬੀਜ ਗਣਿਤਕ ਵਿਅੰਜਕ ਦੇ ਵਿੱਚ ਅਗਰ ਕੱਲਾ ਚੱਲ ਹੈ ਤਾਂ ਕੱਲੀ ਮੈਥ ਦੀ ਸੰਖਿਆ ਵੀ ਹੋ ਸਕਦੀ ਹੈ, ਦੋ ਇੱਕੋ ਗੱਲ ਹੈ। ਤਾਂ ਦੋਨਾਂ ਪਾਸੇ ਇੱਥੇ ਕੀ ਹੈ, ਬੀਜ ਗਣਿਤਕ ਵਿਅੰਜਕ ਵੀ ਹੁੰਦੇ ਨੇ। ਇਹ ਹੁੰਦੀ ਹੈ ਸਮੀਕਰਨ। ਉਦਾਹਰਨ ਆਪਾਂ ਆ ਦੇਖੋ ਦਈ, ਮੈਂ ਕੀ ਲਿਖਿਆ ਸੀ ਇੱਥੇ, x + 5 = 17। ਦੇਖੋ ਧਿਆਨ ਨਾਲ, ਆ ਹੋ ਗਿਆ ਬਰਾਬਰ ਦਾ ਨਿਸ਼ਾਨ। ਪਹਿਲੀ ਲਾਈਨ ਇਹੀ ਕਹਿ ਰਹੀ ਹੈ ਜਿਸ ਵਿੱਚ ਕੀ ਹੋਣਾ ਚਾਹੀਦਾ, ਬਰਾਬਰ ਦਾ ਨਿਸ਼ਾਨ, ਤੇ ਦੋਹਾਂ ਪਾਸੇ ਇੱਧਰ ਤੇ ਇੱਧਰ। ਤੇ ਜਦੋਂ ਆਪਾਂ ਦੋਹਾਂ ਪਾਸਿਆਂ ਦੀ ਗੱਲ ਕਰਨੀ ਹੈ ਨਾ, ਆਪਾਂ ਬਰਾਬਰ ਦੇ ਹਿਸਾਬ ਨਾਲ ਕਰਨੀ ਹੈ ਕਿ ਅਗਰ ਇਹ ਬਰਾਬਰ ਆ ਗਿਆ ਤਾਂ ਇੱਕ ਤਰ੍ਹਾਂ ਦਾ ਇਹ ਕਹਿ ਲਓ ਇਹ ਦੀਵਾਰ ਹੈ। ਤਾਂ ਇਧਰਲੇ ਪਾਸੇ ਖੱਬੇ ਆ ਹੋ ਗਿਆ ਖੱਬਾ ਪਾਸਾ, ਇਹ ਹੋ ਗਿਆ ਸੱਜਾ ਪਾਸਾ। ਤਾਂ ਖੱਬੇ ਪਾਸੇ ਹੋ ਗਿਆ x + 5, ਸੱਜੇ ਪਾਸੇ ਹੋ ਗਿਆ 17। ਇਹ ਹੁੰਦੀ ਹੈ ਸਮੀਕਰਨ। ਮੈਂ ਸਮੀਕਰਨ ਦੀ ਗੱਲ ਕਰ ਰਿਹਾ ਹਾਲੇ ਇੱਥੇ। ਹੋਰ ਉਦਾਹਰਨ ਦੇਖੋ, y - 3 ਬਰਾਬਰ ਹੈ 8। ਆ ਹੋ ਗਿਆ ਬਰਾਬਰ ਦਾ ਨਿਸ਼ਾਨ, ਆ ਇੱਕ ਪਾਸਾ, ਆ ਦੂਜਾ ਪਾਸਾ। 2t + 5 ਬਰਾਬਰ ਹੈ 9। ਆ ਹੋ ਗਿਆ ਬਰਾਬਰ ਦਾ ਨਿਸ਼ਾਨ, ਇੱਕ ਪਾਸਾ ਇੱਧਰ ਇੱਕ ਉੱਧਰ। ਜਾਂ 7 = a + 4। ਕੋਈ ਜ਼ਰੂਰੀ ਨਹੀਂ ਹੈਗਾ ਕਿ ਚੱਲ ਖੱਬੇ ਪਾਸੇ ਹੋਵੇ, ਸੱਜੇ ਪਾਸੇ ਵੀ ਹੋ ਸਕਦਾ ਹੈ। ਆ ਹੋ ਗਿਆ ਬਰਾਬਰ, ਖੱਬੇ ਪਾਸੇ 7 ਹੋ ਗਿਆ, ਸੱਜੇ ਪਾਸੇ ਹੋ ਗਿਆ ਆਹ। ਤਾਂ ਇਹ ਹੁੰਦੀ ਹੈ ਆਪਣੇ ਕੋਲੇ ਸਮੀਕਰਨ। ਇਹ ਗੱਲ ਜ਼ਰੂਰ ਧਿਆਨ 'ਚ ਰੱਖਣੀ ਹੈ, ਜਦੋਂ ਆਪਾਂ ਸਮੀਕਰਨ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਦੋ ਪਾਸੇ ਹੈ ਖੱਬਾ ਤੇ ਸੱਜਾ, ਇਹਦੇ ਵਿੱਚ ਇੱਕ ਪਾਸੇ ਚੱਲ ਹੋਣਾ ਜ਼ਰੂਰੀ ਹੈ। ਇਹ ਨਹੀਂ ਹੈਗਾ ਦੋਹਾਂ ਪਾਸੇ ਕੱਲੀਆਂ ਮੈਥ ਦੀਆਂ ਸੰਖਿਆਵਾਂ ਹੋਣ। ਇਹ ਸਮੀਕਰਨ ਨਹੀਂ ਹੈਗੀ। ਕਿਉਂ ਨਹੀਂ ਹੈਗੀ? ਕਿਉਂਕਿ 4 ਕਦੇ ਵੀ 9 ਦੇ ਬਰਾਬਰ ਨਹੀਂ ਹੋ ਸਕਦਾ। ਤਾਂ ਇਹਦੀ ਸ਼ਰਤ ਇਹ ਹੈ, ਦੋਹਾਂ ਦੇ ਵਿੱਚੋਂ ਇੱਕ ਪਾਸੇ ਚੱਲ ਹੋਣਾ ਬਹੁਤ ਜ਼ਰੂਰੀ ਹੈ। ਇਹ ਸੀ ਸਮੀਕਰਨ। ਆਪਾਂ ਜੋ ਗੱਲ ਕਰਨੀ ਹੈ ਹੁਣ, ਆਪਾਂ ਪਹਿਲਾਂ ਇਹਨਾਂ ਦੇ ਪਾਸਿਆਂ ਤੇ ਗੱਲ ਕਰਦੇ ਹਾਂ। ਦੇਖੋ ਇੱਕ ਛੋਟੀ ਜਿਹੀ ਉਦਾਹਰਨ, ਸਮੀਕਰਨ ਦਿੱਤੀ ਆ ਆਪਾਂ ਨੂੰ x + 2 = 9। ਆਹ ਸਮੀਕਰਨ ਹੈ। ਤੁਸੀਂ ਇੱਥੇ ਸਭ ਤੋਂ ਪਹਿਲਾਂ ਬਰਾਬਰ ਦਾ ਨਿਸ਼ਾਨ ਦੇਖਣਾ ਹੈ। ਆ ਰਿਹਾ ਤੁਹਾਨੂੰ ਮੈਂ ਦੱਸਿਆ, ਜੋ ਬਰਾਬਰ ਦਾ ਨਿਸ਼ਾਨ ਹੈ ਇੱਕ ਤਰ੍ਹਾਂ ਦਾ ਕੰਧ ਦਾ ਕੰਮ ਕਰਦਾ ਹੈ। ਤੇ ਬਰਾਬਰ ਦੇ ਨਿਸ਼ਾਨ ਤੋਂ ਇੱਧਰ ਆਹ ਇਹ ਹੋ ਗਿਆ ਖੱਬਾ ਪਾਸਾ, ਇਹ ਹੋ ਗਿਆ ਸੱਜਾ ਪਾਸਾ। ਹੋਰ ਦੇਖੋ ਉਦਾਹਰਨ, ਸਮੀਕਰਨ 3a + 5 = 8। ਬਰਾਬਰ ਦਾ ਨਿਸ਼ਾਨ ਆ ਰਿਹਾ, ਆ ਹੋ ਗਿਆ ਖੱਬਾ ਪਾਸਾ ਤੇ ਬਰਾਬਰ ਤੋਂ ਇੱਧਰ ਆ ਹੋ ਗਿਆ ਸੱਜਾ ਪਾਸਾ। ਜਾਂ ਸਮੀਕਰਨ 3 = a + 4। ਆ ਬਰਾਬਰ ਦਾ ਨਿਸ਼ਾਨ ਹੋ ਗਿਆ, ਇਹ ਹੋ ਗਿਆ ਖੱਬਾ ਪਾਸਾ। ਤਾਂ ਤੁਸੀਂ ਜਦੋਂ ਬਰਾਬਰ ਦਾ ਨਿਸ਼ਾਨ ਦੇਖ ਲਿਆ, ਉਸ ਤੋਂ ਬਾਅਦ ਡਿਸਾਈਡ ਕਰਨਾ ਹੈ ਖੱਬਾ ਪਾਸਾ ਕਿਹੜਾ, ਸੱਜਾ ਪਾਸਾ ਕਿਹੜਾ। ਹੁਣ ਤੱਕ ਜੋ ਮੈਂ ਗੱਲ ਕੀਤੀ ਹੈ ਉਦਾਹਰਨਾਂ 'ਚ ਦੇਖੋ, ਮੈਂ ਸਿਰਫ ਇੱਕ ਪਾਸੇ ਚੱਲ ਲਿਆ, ਪਰ ਜੋ ਚੱਲ ਹੈ ਉਹ ਦੋਹਾਂ ਪਾਸੇ ਵੀ ਹੋ ਸਕਦਾ ਹੈ। ਤਾਂ ਉਸ ਚੀਜ਼ ਤੋਂ ਤੁਹਾਨੂੰ ਕੋਈ ਮਤਲਬ ਨਹੀਂ। ਦੇਖੋ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ। ਆ ਹੋ ਗਿਆ ਬਰਾਬਰ, ਉਰੇ ਕੰਧ ਆ ਗਈ, ਆ ਹੋ ਗਿਆ ਖੱਬਾ ਪਾਸਾ, ਆ ਹੋ ਗਿਆ ਸੱਜਾ ਪਾਸਾ। ਚੱਲ ਇੱਕ ਪਾਸੇ ਹੋਵੇ ਜਾਂ ਦੋਹਾਂ ਪਾਸੇ, ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਤਾਂ ਆਪਾਂ ਜਿਵੇਂ ਜਿਵੇਂ ਅਗਲੇ ਲੈਕਚਰ 'ਚ ਹੱਲ ਕਰਨ ਬਾਰੇ ਗੱਲ ਕਰਾਂਗੇ, ਉਵੇਂ ਉਵੇਂ ਉਹਦੇ ਸਮੀਕਰਨਾਂ ਬਣੀ ਜਾਣਗੀਆਂ। ਤਾਂ ਇਹ ਆਪਾਂ ਜੋ ਗੱਲ ਕੀਤੀ ਸੀ, ਇਹ ਆਪਾਂ ਗੱਲ ਕੀਤੀ ਸੀ ਸਮੀਕਰਨ ਦੇ ਦੋਹਾਂ ਪਾਸਿਆਂ ਦੀ, ਖੱਬਾ ਤੇ ਸੱਜਾ। ਇਹ ਦੱਸਣਾ ਬਹੁਤ ਜ਼ਰੂਰੀ ਹੈ, ਕਿਉਂਕਿ ਆਪਾਂ ਜਦੋਂ ਅਗਰ ਹੱਲ ਕਰਨ ਦੀ ਗੱਲ ਕਰਾਂਗੇ ਤਾਂ ਆਪਾਂ ਸ਼ਬਦ ਖੱਬਾ ਤੇ ਸੱਜਾ ਹੀ ਯੂਜ਼ ਕਰਾਂਗੇ। ਤਾਂ ਜਦੋਂ ਬਰਾਬਰ ਦਾ ਨਿਸ਼ਾਨ ਆ ਗਿਆ ਤਾਂ ਬਰਾਬਰ ਦੇ ਨਿਸ਼ਾਨ ਤੋਂ ਇੱਧਰ ਖੱਬਾ ਪਾਸਾ ਤੇ ਬਰਾਬਰ ਦੇ ਨਿਸ਼ਾਨ ਤੋਂ ਉਲਟੇ ਪਾਸੇ ਦੂਜੇ ਪਾਸੇ ਕੀ ਹੋ ਗਿਆ, ਸੱਜਾ। ਤਾਂ ਹੀ ਮੈਂ ਇੱਧਰ ਦੇਖੋ, ਇੱਧਰ ਸੱਜਾ ਹੱਥ ਹੈ ਆਪਣਾ, ਇੱਧਰ ਖੱਬਾ ਹੱਥ ਹੈ। ਤਾਂ ਆਪਾਂ ਇਸ ਦੀ ਗੱਲ ਕੀਤੀ ਹੈ, ਜੋ ਇਹ ਹੋ ਗਿਆ ਤੇ ਖੱਬਾ ਪਾਸਾ।
ਹੁਣ ਆਪਾਂ ਜੋ ਗੱਲ ਕਰਨੀ ਹੈ ਸਮੀਕਰਨ ਬਣਾਉਣ ਦੀ ਗੱਲ ਕਰਨੀ ਹੈ। ਆਪਾਂ ਨੂੰ ਕੁਝ ਕੁ ਸਵਾਲ ਦਿੱਤੇ ਹੋਏ ਨੇ, ਜਿਵੇਂ x ਵਿੱਚ 3 ਜੋੜਨ ਤੇ 9 ਪ੍ਰਾਪਤ ਹੁੰਦਾ ਹੈ। ਪਹਿਲਾ ਕੁਐਸਚਨ, ਮੈਂ 3-4 ਇਕੱਠੇ ਕੁਐਸਚਨ ਲਿਖ ਰਿਹਾ। y ਵਿੱਚ 5 ਘਟਾਉਣ ਤੇ 7 ਪ੍ਰਾਪਤ ਹੁੰਦਾ ਹੈ। a ਵਿੱਚ 6 ਜੋੜਨ ਤੇ 12 ਪ੍ਰਾਪਤ ਹੁੰਦਾ ਹੈ। l ਨੂੰ 3 ਨਾਲ ਗੁਣਾ ਕਰਨ ਤੇ 15 ਪ੍ਰਾਪਤ ਹੁੰਦਾ ਹੈ। ਮੈਂ 4 ਸਵਾਲ ਲਿਖਿਆ ਇੱਥੇ, 4 ਰਕਮਾਂ ਤੁਹਾਡੇ ਸਾਹਮਣੇ ਲਿਖੀਆਂ ਨੇ। ਆਪਾਂ ਕੀ ਕਰਨਾ ਹੈ, ਆਪਾਂ ਇੱਥੇ ਸਮੀਕਰਨ ਨੂੰ ਬਣਾਉਣਾ ਹੈ, ਇਹਨੂੰ ਸਮੀਕਰਨ ਰੂਪ ਦੇ ਵਿੱਚ ਲਿਖਣਾ ਹੈ। ਇਸ ਨੂੰ ਆਪਾਂ ਨੂੰ ਸ਼ਬਦਾਵਲੀ ਦੇ ਵਿੱਚ ਹੈ। ਇਹ ਬੜੀ ਇੰਪੋਰਟੈਂਟ ਚੀਜ਼ਾਂ ਨੇ, ਕਿਉਂਕਿ ਮੈਂ ਪਹਿਲਾਂ ਹੀ ਗੱਲ ਕੀਤੀ ਹੈ, ਅਗਲੀਆਂ ਕਲਾਸਾਂ 'ਚ ਬਹੁਤ ਕੰਮ, ਬਹੁਤ ਡਿਟੇਲਸ ਟੌਪਿਕ ਆਉਣਗੇ ਤੁਹਾਡੇ ਕੋਲੇ 10ਵੀਂ ਤੱਕ, 11ਵੀਂ ਤੱਕ, 12ਵੀਂ ਤੱਕ। ਤਾਂ ਤੁਸੀਂ ਕੀ ਕਰਨਾ ਹੈ, ਬਿਲਕੁਲ ਲਾਈਨ ਟੂ ਲਾਈਨ ਚੱਲਣਾ ਹੈ। ਦੇਖੋ, ਕੋਈ ਸ਼ਬਦ ਟੂ ਸ਼ਬਦ ਚੱਲੋ। ਸ਼ਬਦ x ਵਿੱਚ 3 ਜੋੜਤਾ। ਦੇਖੋ, ਪਹਿਲੀ ਗੱਲ ਸਿਰਫ ਇਹੀ ਕਿਹਾ ਨਾ ਇਹਨਾਂ ਨੇ, x ਵਿੱਚ 3 ਜੋੜਨ ਤੇ, x ਵਿੱਚ 3 ਜੋੜਨ ਤੇ ਬਿਲਕੁਲ ਸ਼ਬਦ ਟੂ ਸ਼ਬਦ ਚੱਲਣਾ ਹੈ। 9 ਪ੍ਰਾਪਤ ਹੁੰਦਾ ਹੈ, ਤੇ 9 ਪ੍ਰਾਪਤ ਹੋਣ ਦਾ ਮਤਲਬ ਇਹ ਕਿਹਦੇ ਬਰਾਬਰ ਆ ਗਿਆ, 9 ਦੇ ਬਰਾਬਰ ਆ ਗਿਆ। x ਵਿੱਚ 3 ਜੋੜਤਾ, 3 ਜੋੜਨ ਤੋਂ ਬਾਅਦ ਜੋ ਆਇਆ ਉਹ ਕਿੰਨਾ ਆ ਗਿਆ, 9 ਆ ਗਿਆ। ਤਾਂ ਉਹ ਕਿਹਦੇ ਬਰਾਬਰ ਹੋ ਗਿਆ, 12, 9 ਦੇ। y ਵਿੱਚੋਂ 5 ਘਟਾਉਣ ਤੇ, y ਵਿੱਚੋਂ 5 ਘਟਾਉਣ ਤੇ ਕਿੰਨਾ ਪ੍ਰਾਪਤ ਹੁੰਦਾ ਹੈ, 7 ਪ੍ਰਾਪਤ ਹੁੰਦਾ ਹੈ ਨਾ। ਅੱਗੇ a ਵਿੱਚ 6 ਜੋੜਨ ਤੇ, a ਦੇ ਵਿੱਚ 6 ਜੋੜਤਾ, ਕਿੰਨਾ ਪ੍ਰਾਪਤ ਹੋ ਗਿਆ, 12। ਕਿੰਨਾ ਪ੍ਰਾਪਤ ਹੋ ਗਿਆ, 12। ਅਗਲਾ ਦੇਖੋ ਕੀ ਕਿਹਾ, l ਨੂੰ 3 ਨਾਲ ਗੁਣਾ ਕਰਨ ਤੇ, l ਗੁਣਾ 3 ਕਿੰਨਾ ਪ੍ਰਾਪਤ ਹੁੰਦਾ ਹੈ, 15। ਇੱਕ ਇੱਥੇ ਥੋੜੇ ਜਿਹੇ ਮੈਂ ਇੱਕ ਸਟੈਂਡਰਡ ਰੂਪ ਦੀ ਗੱਲ ਦੱਸਦਾ। ਪਹਿਲੀ ਗੱਲ, ਇਹਨਾਂ ਦਾ ਆਪਸ 'ਚ ਜੋੜ ਘਟਾ ਨਹੀਂ ਹੁੰਦਾ। ਕਿਉਂ? ਇੱਕ ਸਿੰਪਲ ਦੀ ਗੱਲ ਹੈ, ਇਹ ਇੰਗਲਿਸ਼ ਦਾ ਅੱਖਰ ਹੈ, ਇਹ ਮੈਥ ਦਾ ਅੱਖਰ ਹੈ। ਇਹਨਾਂ ਦਾ ਆਪਸ 'ਚ ਨਾ ਜੋੜ ਹੋਵੇ ਨਾ ਘਟਾ ਹੋਵੇ। ਇਹ ਗੁਣਾ ਨਹੀਂ ਹੁੰਦੀ, ਪਰ ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, l ਗੁਣਾ 3 ਨੂੰ 3l ਲਿਖ ਸਕਦੇ ਹਾਂ। ਇਹਦਾ ਮਤਲਬ ਇਹੀ ਹੈ, ਮੈਥ ਦੀ ਸੰਖਿਆ ਨੂੰ ਆਪਾਂ ਅੱਗੇ ਲਿਖ ਲੈਂਦੇ ਹਾਂ, ਇੰਗਲਿਸ਼ ਦੀ ਸੰਖਿਆ ਨੂੰ ਆਪਾਂ ਪਿੱਛੇ ਲਿਖ ਲੈਂਦੇ ਹਾਂ। ਤਾਂ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ, 3l ਬਰਾਬਰ ਹੈ 15। ਹੁਣ ਆਪਾਂ ਕੁਝ ਹੋਰ ਉਦਾਹਰਨਾਂ ਕਰਦੇ ਹਾਂ ਅੱਗੇ। ਬਿਲਕੁਲ ਦੇਖੋ, ਵਰਡ ਟੂ ਵਰਡ ਪੜ੍ਹ ਕੇ ਆਪਾਂ ਕੰਮ ਕਰਨਾ ਹੈ। ਅੱਗੇ ਆਪਣੇ ਕੋਲੇ ਕੁਝ ਕੁ ਉਦਾਹਰਨਾਂ ਨੇ, ਹੋਰ ਉਦਾਹਰਨਾਂ। x ਦੇ ਦੁੱਗਣੇ ਵਿੱਚ 3 ਜੋੜਨ ਤੇ 13 ਪ੍ਰਾਪਤ ਹੁੰਦਾ ਹੈ। ਹਾਂਜੀ, ਇੱਥੇ ਹੁਣ ਆਪਾਂ ਕੀ ਕਰੀਏ, ਕੀ ਦਿੱਤਾ ਹੋਇਆ ਆਪਾਂ ਨੂੰ, x ਦੇ ਦੁੱਗਣਾ। ਦੁੱਗਣੇ ਦਾ ਮਤਲਬ ਕੀ ਹੋ ਗਿਆ, 2 ਗੁਣਾ। ਤੇ 2 ਗੁਣਾ ਨੂੰ ਆਪਾਂ ਕਿਵੇਂ ਲਿਖਦੇ ਹਾਂ, ਆਈ ਲਿਖਾਂਗੇ ਨਾ। ਤਾਂ x ਦਾ ਦੁੱਗਣਾ, 2 ਗੁਣਾ x ਲਿਖ ਲਓ ਜਾਂ x ਗੁਣਾ 2 ਲਿਖ ਲਓ, ਇੱਕੋ ਗੱਲ ਹੈ। 3 ਜੋੜਤਾ ਵਿੱਚ, ਬਿਲਕੁਲ ਦੇਖੋ ਸ਼ਬਦ ਟੂ ਸ਼ਬਦ 3 ਜੋੜਤਾ, ਕਿੰਨਾ ਪ੍ਰਾਪਤ ਹੋ ਗਿਆ, 13। ਆਪਾਂ ਹੁਣ ਜੋ ਗੱਲ ਕੀਤੀ ਸੀ, x ਗੁਣਾ 2 ਜਾਂ 2 ਗੁਣਾ x ਨੂੰ ਆਪਾਂ ਕੀ ਲਿਖ ਸਕਦੇ ਹਾਂ, 2x ਪਲੱਸ 3 ਬਰਾਬਰ ਹੈ 13। ਇਹੀ ਹੋ ਗਿਆ ਨਾ ਆਪਣੇ ਕੋਲੇ। ਦੇਖੋ, x ਦੇ ਦੁੱਗਣੇ ਵਿੱਚ 3 ਜੋੜਨ ਤੇ 13 ਪ੍ਰਾਪਤ ਹੁੰਦਾ ਹੈ। ਹੋਰ ਦੇਖੋ, y ਦੇ 6 ਗੁਣਾ ਵਿੱਚ 5 ਘਟਾਉਣ ਤੇ 19 ਪ੍ਰਾਪਤ ਹੁੰਦਾ ਹੈ। ਹੁਣ ਇਹਨੂੰ ਕਿਵੇਂ ਲਿਖਾਂਗੇ,
y ਦਾ 6 ਗੁਣਾ y ਗੁਣਾ 6 5 ਘਟਾਤਾ 19 ਕੀ ਹੋ ਗਿਆ ਪ੍ਰਾਪਤ 19 ਕਿਹਦੇ ਬਰਾਬਰ। ਇੱਥੇ ਜੋ ਗਲਤੀ ਕਰੋਗੇ ਤੁਸੀਂ 6 ਚੋਂ 5 ਘਟਾਉਣ ਦੀ ਗਲਤੀ ਕਰੋਗੇ ਨਹੀਂ, ਇੱਥੇ ਧਿਆਨ ਰੱਖਣਾ ਹੈ ਪਹਿਲਾਂ 6 ਦੀ ਨਾਲ ਗੁਣਾ ਹੈ ਤਾਂ ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ 6y ਮਾਈਨਸ 5 ਬਰਾਬਰ ਹੈ 19। ਠੀਕ ਹੋ ਗਿਆ ਨਾ। ਅੱਗੇ ਆਪਾਂ ਹੋਰ ਉਦਾਹਰਨ ਦੀ ਗੱਲ ਕਰਦੇ ਹਾਂ। ਉਦਾਹਰਨ ਕੀ ਕਹਿੰਦੀ ਹੈ m ਦੇ 1/4 ਵਿੱਚੋਂ 7 ਘੱਟ 3 ਹੈ। ਆਹ ਦੇਖੋ m ਦੇ 1/4 ਵਿੱਚੋਂ 7 ਘੱਟ 3 ਹੈ। ਆਹ ਕਿੰਨਾ ਲਿਖਿਆ ਦੇਖੋ m ਦਾ 1/4 1/4 ਦਾ ਮਤਲਬ ਕੀ ਹੁੰਦਾ ਹੈ 1/4 ਦਾ ਮਤਲਬ ਹੁੰਦਾ ਗੁਣਾ m ਦਾ 1/4 m ਦਾ 1/4 ਵਿੱਚੋਂ 7 ਘੱਟ ਲੋ ਜੀ ਕਰਤਾ ਕਿੰਨਾ ਹੁੰਦਾ 3 ਹੁੰਦਾ ਤੇ m ਗੁਣਾ 1/4 ਨੂੰ ਆਪਾਂ m ਕਿਉਂਕਿ ਆਪਾਂ ਨੂੰ ਪਤਾ ਉੱਪਰਲੇ ਦੇ ਉੱਪਰ ਨਾਲ ਹੁੰਦੀ ਹੈ 1 ਨਾਲ ਗੁਣਾ ਕਰਨਾ ਕੋਈ ਫਰਕ ਨਹੀਂ ਪੈਂਦਾ m/4 ਮਾਈਨਸ 7 ਬਰਾਬਰ ਹੈ 3। ਤਾਂ ਇਹ ਦੇਖੋ ਆਪਾਂ ਜੋ ਗੱਲ ਕੀਤੀ ਹੈ ਆਪਾਂ ਨੂੰ ਇੱਕ ਸ਼ਬਦਿਕ ਸਮੱਸਿਆਵਾਂ ਦਿੱਤੀਆਂ ਹੋਈਆਂ ਸੀ ਕੁਝ ਰਕਮਾਂ ਦਿੱਤੀਆਂ ਹੋਈਆਂ ਸੀ ਉਹਨੂੰ ਆਪਾਂ ਮੈਥ ਗਣਿਤ ਦੇ ਭਾਸ਼ਾ ਦੇ ਵਿੱਚ ਲਿਖਿਆ ਹੈ। ਇੱਥੇ ਜੇ ਜੋੜ ਸੀ ਤਾਂ ਆਪਣਾ ਜੋੜ ਦਾ ਨਿਸ਼ਾਨ ਲੱਗ ਗਿਆ, ਗੁਣਾ ਸੀ ਆਪਾਂ ਗੁਣਾ ਕਰਤੀ, ਪ੍ਰਾਪਤ ਹੁੰਦਾ ਹੈ ਜਾਂ ਮਿਲ ਗਿਆ ਹੈ ਜਾਂ ਓਨਾ ਹੋ ਗਿਆ ਤਾਂ ਇਹਦਾ ਮਤਲਬ ਕੀ ਹੋ ਗਿਆ ਬਰਾਬਰ ਦਾ ਨਿਸ਼ਾਨ ਹੋ ਗਿਆ। ਜਿੱਥੇ ਵੰਡ ਕਹਿਣਗੇ ਆਪਾਂ ਵੰਡ ਕਰਨਾ ਹੈ। ਸਿਰਫ ਮੈਂ ਕੀ ਕੀਤਾ ਹੈ ਪੰਜਾਬੀ ਨੂੰ ਜਿੱਥੇ ਪੰਜਾਬੀ ਭਾਸ਼ਾ ਲਿਖੀ ਹੈ ਆਪਣੀ ਮੈਂ ਉਹਨੂੰ ਮੈਥਮੈਟੀਕਲ ਫਾਰਮੇਸ਼ਨ 'ਚ ਲਿਖਿਆ ਹੈ, ਗੁਣਾ ਨੂੰ ਮੈਂ ਮੈਥ ਦੀ ਭਾਸ਼ਾ 'ਚ ਲਿਖਤਾ, ਘਟਾ ਨੂੰ ਮੈਥ ਦੀ ਭਾਸ਼ਾ 'ਚ ਲਿਖਤਾ। ਸਿਰਫ ਇਹ ਕੰਮ ਆਪਾਂ ਇੱਥੇ ਕੀਤਾ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ। ਅੱਗੇ ਆਪਾਂ ਉਲਟਾ ਚੱਲਾਂਗੇ। ਸਮੀਕਰਨ ਆਪਾਂ ਨੂੰ ਦਿੱਤੀ ਹੋਣੀ ਹੈ ਆਪਾਂ ਉਹਨੂੰ ਰਕਮਾਂ ਦੇ ਵਿੱਚ ਕਥਨਾਂ ਦੇ ਵਿੱਚ ਲਿਖਣਾ ਹੈ। ਕਿਵੇਂ ਹੇਠਾਂ ਲਿਖੀਆਂ ਸਮੀਕਰਨਾਂ ਨੂੰ ਕਥਨਾਂ ਦੇ ਰੂਪ ਵਿੱਚ ਪਹਿਲੀ ਉਦਾਹਰਨ x + 5 ਬਰਾਬਰ ਹੈ 7 ਆ ਗਿਆ। ਹੁਣ ਇਹਨੂੰ ਕਥਨ 'ਚ ਲਿਖਣਾ ਹੈ। ਆਪਾਂ ਦੇਖੋ ਗੱਲ ਕੀ ਕੀਤੀ ਸੀ ਜਿੱਥੇ ਪੰਜਾਬੀ 'ਚ ਜੋੜ ਲਿਖਿਆ ਹੁੰਦਾ ਸੀ ਆਪਾਂ ਮੈਥ ਲਿਖ ਦਿੰਦੇ ਸੀ, ਜਿੱਥੇ ਘਟਾ ਲਿਖਿਆ ਹੁੰਦਾ ਸੀ ਆਪਾਂ ਮੈਥ ਲਿਖ ਦਿੰਦੇ ਸੀ। ਉਹੀ ਚੀਜ਼ ਇੱਥੇ ਹੈ, ਜਿੱਥੇ ਮੈਥ 'ਚ ਲਿਖਿਆ ਹੋਇਆ ਉਹਨੂੰ ਆਪਾਂ ਪੰਜਾਬੀ 'ਚ ਲਿਖ ਦਾਂਗੇ। ਪਹਿਲਾਂ ਇਹਨੂੰ ਦੇਖੋ x + 5 ਦਾ ਮਤਲਬ x ਵਿੱਚ 5 ਜੋੜਨ ਤੇ ਹੈ ਨਾ। x ਵਿੱਚ 5 ਦਾ ਮਤਲਬ x ਦੇ ਵਿੱਚ 5 ਜੋੜਤਾ ਕਿੰਨਾ ਮਿਲ ਗਿਆ ਆਪਾਂ ਨੂੰ 7 ਪ੍ਰਾਪਤ ਹੁੰਦਾ ਹੈ। ਆ ਗਿਆ। ਇਹਨੂੰ ਕੀ ਕਰਾਂਗੇ ਪਹਿਲਾਂ ਇੱਧਰ ਦੇਖੋ ਕੀ ਕੀਤਾ ਤੁਸੀਂ ਮੈਨੂੰ ਆਪ ਦੱਸੋ। a ਘਟਾ 6 a ਘਟਾ 6 a ਵਿੱਚੋਂ 6 ਘਟਾਉਣ ਤੇ 9 ਪ੍ਰਾਪਤ ਹੁੰਦਾ ਹੈ। ਠੀਕ ਹੋ ਗਿਆ। ਆ ਗਿਆ ਕੱਲਾ ਕੱਲਾ ਖੱਬਾ ਪਾਸਾ ਆ ਰਿਹਾ ਪਰ ਖੱਬੇ ਪਾਸੇ ਇੱਥੇ ਦੋ ਸੰਖਿਆਵਾਂ ਇਕੱਠੀਆਂ ਨੇ ਇਹ 2l ਹੈ। 2l ਦਾ ਮਤਲਬ ਹੁੰਦਾ 2 ਗੁਣਾ l। ਜਦੋਂ ਮੈਥ ਵਾਲੀ ਸੰਖਿਆ ਅਤੇ ਅੰਗਰੇਜ਼ੀ ਦੇ ਅੱਖਰ ਦੇ ਵਿੱਚ ਕੋਈ ਵੀ ਨਿਸ਼ਾਨ ਨਾ ਹੋਵੇ ਇਹਦਾ ਮਤਲਬ ਉੱਥੇ ਕੀ ਹੁੰਦੀ ਹੈ ਗੁਣਾ ਹੁੰਦੀ ਹੈ। ਤਾਂ ਇਹ 2 ਗੁਣਾ l ਦਾ ਮਤਲਬ ਕੀ ਹੋ ਗਿਆ ਦੱਸੋ l ਦਾ ਦੁੱਗਣਾ ਹੈ ਨਾ ਜਾਂ l ਦੀ 2 ਨਾਲ ਗੁਣਾ -3 ਦੁੱਗਣੇ ਵਿੱਚੋਂ l ਦੇ ਦੁੱਗਣੇ ਵਿੱਚੋਂ 3 ਘਟਾਉਣ ਤੇ 3 ਘਟਾਤਾ ਕੀ ਬਚ ਗਿਆ ਪਿੱਛੇ 5 ਪ੍ਰਾਪਤ ਹੁੰਦਾ ਹੈ। 2l l ਦਾ ਦੁੱਗਣਾ ਜਾਂ l ਦੀ 2 ਨਾਲ ਗੁਣਾ। ਦੇਖੋ ਤੁਸੀਂ ਇੱਥੇ ਆਪਦੀ ਭਾਸ਼ਾ 'ਚ ਵੀ ਲਿਖ ਸਕਦੇ ਹੋ l ਦੇ ਦੁੱਗਣੇ ਦੇ ਥਾਂ ਤੇ ਆਪਾਂ ਕੀ ਲਿਖ ਸਕਦੇ ਹਾਂ l ਦੀ 2 ਨਾਲ ਗੁਣਾ ਵਿੱਚੋਂ ਆਪਾਂ ਇਹ ਵੀ ਲਿਖ ਸਕਦੇ ਹਾਂ 3 ਘਟਾਉਣ ਤੇ
5 ਪ੍ਰਾਪਤ ਹੁੰਦਾ ਹੈ। ਤਾਂ ਇਹ ਆਪਣੇ ਤੇ ਹੈ, ਇੱਥੇ ਕੋਈ ਫਰਕ ਨਹੀਂ ਪੈਂਦਾ ਤੁਸੀਂ ਦੁੱਗਣਾ ਹੀ ਲਿਖਣਾ ਜਾਂ ਤਿੱਗਣਾ ਹੀ ਲਿਖਣਾ ਹੈ। ਆਪਾਂ ਉੱਥੇ 2 ਗੁਣਾ ਜਾਂ 3 ਗੁਣਾ ਵੀ ਲਿਖ ਸਕਦੇ ਹਾਂ। ਇੱਕ ਉਦਾਹਰਨ ਹੋਰ ਲੈ ਕੇ ਚੱਲਦੇ ਹਾਂ। ਹੁਣ ਆ ਉਦਾਹਰਨ ਹੈ, ਉਦਾਹਰਨ ਕੀ ਹੈ, m/4 + 2 = 8। m/4 ਦਾ ਮਤਲਬ ਕੀ ਹੋ ਗਿਆ? ਸਭ ਤੋਂ ਪਹਿਲਾਂ m/4 ਹੈ ਨਾ, m ਨੂੰ 4 ਨਾਲ ਭਾਗ ਦੇ ਕੇ, ਭਾਗ ਦੇਤੀ, ਵੰਡ ਕਰਤੀ, ਵੰਡ ਕੇ ਲਿਖ ਸਕਦੇ ਹੋ, ਅਤੇ 2 ਜੋੜਨ ਤੇ ਫਿਰ ਆਪਾਂ ਕੀ ਕੀਤਾ, 2 ਜੋੜਤਾ ਤਾਂ ਕਿੰਨਾ ਆ ਗਿਆ, 8 ਪ੍ਰਾਪਤ ਹੁੰਦਾ ਹੈ। ਤਾਂ ਬਿਲਕੁਲ ਜਿਵੇਂ ਲਿਖਿਆ ਹੈ, ਕੀ ਕੀਤਾ ਮੈਨੇ, ਉੱਥੇ ਜੋੜ ਦਾ ਨਿਸ਼ਾਨ ਪਾਇਆ ਸੀ, ਉੱਥੇ ਪੰਜਾਬੀ 'ਚ ਜੋੜ ਲਿਖਤਾ, ਉਰੇ ਮੈਂ ਘਟਾ ਦਾ ਨਿਸ਼ਾਨ ਪਾਇਆ, ਪੰਜਾਬੀ 'ਚ ਘਟਾ ਲਿਖਤਾ। ਇੱਥੇ ਗੁਣਾ ਦਾ ਨਿਸ਼ਾਨ ਨਹੀਂ ਹੁੰਦਾ, ਆਪਾਂ ਗੁਣਾ ਪਾਤਾ, ਜੇ ਵੰਡ ਹੈ ਤਾਂ ਆਪਾਂ ਵੰਡ ਪਾਤੀ। ਤਾਂ ਇਹ ਆਪਾਂ ਗੱਲ ਕੀਤੀ ਸੀ ਸਮੀਕਰਨਾਂ ਨੂੰ ਕਥਨਾਂ ਦੇ ਰੂਪ ਵਿੱਚ ਲਿਖਣ ਦੀ। ਹੁਣ ਅੱਗੇ ਜੋ ਗੱਲ ਕਰਨੀ ਹੈ, ਬੜੀ ਇੰਟਰਸਟਿੰਗ ਗੱਲ ਕਰ ਰਹੇ ਹਾਂ ਆਪਾਂ। ਮੈਂ ਥੋੜਾ ਜਿਹਾ ਹੁਣ ਇੱਥੇ ਕਨਸੈਪਟ ਨੂੰ ਅੱਗੇ ਲੈ ਕੇ ਜਾ ਰਿਹਾ। ਕੀ ਲੈ ਕੇ ਜਾ ਰਹੇ ਹਾਂ ਆਪਾਂ, ਉਸ ਤੇ ਹੁਣ ਗੱਲ ਕਰਦੇ ਹਾਂ। ਹੁਣ ਤੱਕ ਆਪਾਂ ਇੱਥੇ ਜੋ ਗੱਲ ਕੀਤੀ ਸੀ, ਕੀ ਲਿਖਿਆ ਸੀ, ਮੈਂ ਇੱਕ ਉਦਾਹਰਨ ਦੁਬਾਰਾ ਲਿਖ ਰਿਹਾ। x ਵਿੱਚ 5 ਜੋੜਨ ਤੇ 8 ਪ੍ਰਾਪਤ ਹੁੰਦਾ ਹੈ, ਆਪਾਂ ਲਿਖਿਆ ਸੀ, ਹੈ ਨਾ। ਮਤਲਬ ਮੇਰੇ ਕਹਿਣ ਦਾ ਮਤਲਬ ਆਪਾਂ ਇੰਗਲਿਸ਼ ਦੇ ਅੱਖਰ ਲਿਖੇ ਸੀ, ਜੋ ਚੱਲ ਹੈ ਆਪਾਂ ਲਿਖੇ ਸੀ, x y z a b c l m n p q r t ਲਿਖੇ ਸੀ। ਹੁਣ ਆਪਾਂ ਜਿਹੜੀ ਗੱਲ ਕਰਨੀ ਹੈ ਨਾ, ਕਿਉਂਕਿ ਸਟਾਰਟਿੰਗ ਦੇ ਵਿੱਚ ਆਪਾਂ ਗੱਲ ਕੀਤੀ ਸੀ x ਇੱਕ ਚੱਲ ਹੈ, ਚੱਲ ਦਾ ਮਤਲਬ ਜਿਹਦੀ ਕੀਮਤ ਬਦਲਦੀ ਰਹਿੰਦੀ ਹੈ। ਹੁਣ ਇਹਨੂੰ ਆਪਾਂ ਆਪਣੀ ਜ਼ਿੰਦਗੀ 'ਚ ਕਿਵੇਂ ਵਰਤਾਂਗੇ, ਮੈਂ ਹੁਣ ਉਸ ਤੇ ਆ ਰਿਹਾ। ਦੇਖੋ ਉਦਾਹਰਨ, ਤੁਸੀਂ ਪਹੇਲੀਆਂ ਪਾਉਂਦੇ ਹੋ ਇੱਕ ਦੂਸਰੇ ਨਾਲ, ਆਪਣੇ ਯਾਰਾਂ ਦੋਸਤਾਂ ਨਾਲ, ਸਹੇਲੀਆਂ ਦੇ ਨਾਲ ਪਹੇਲੀਆਂ ਪਾਉਂਦੇ ਹੋ। ਕਿਸੇ ਸੰਖਿਆ ਵਿੱਚ 4 ਜੋੜਨ ਤੇ 9 ਪ੍ਰਾਪਤ ਹੁੰਦਾ ਹੈ। ਮੈਂ ਇੱਕ ਲਾਈਨ ਲਿਖੀ ਹੈ। ਆਪਾਂ ਕਈ ਵਾਰ ਖੇਡਦੇ ਹੁੰਦੇ ਨਾ ਆਪਸ, ਆਪਾਂ ਕੀ ਬੋਲਦੇ ਹਾਂ, ਇੱਕ ਸੰਖਿਆ ਸੋਚੋ ਜੀ, ਇਹੋ ਜਿਹੀ ਸੰਖਿਆ ਸੋਚੋ ਜੇ ਆਪਾਂ ਉਹਨੂੰ 4 ਜੋੜੀਏ ਤਾਂ 9 ਆਊਗਾ। ਆਪਾਂ ਆਪਸ ਖੇਡਦੇ ਹੁੰਦੇ ਹਾਂ, ਤਾਂ ਉਹ ਅਸਲ 'ਚ ਇਸੇ ਨਾਲ ਹੀ ਹੱਲ ਹੁੰਦਾ ਹੈ। ਦੇਖੋ ਹੁਣ x y z ਦੀ ਥਾਂ ਤੇ ਅੰਗਰੇਜ਼ੀ ਦੇ ਅੱਖਰ ਦੀ ਥਾਂ ਤੇ ਆ ਲਿਖਤਾ, ਹੋਰ ਕੋਈ ਫਰਕ ਨਹੀਂ ਪਾਇਆ, ਬਾਕੀ ਕਨਸੈਪਟ ਉਵੇਂ ਚੱਲ ਰਿਹਾ, ਸਿਰਫ 5 ਦੀ ਥਾਂ ਤੇ 4 ਆ ਗਿਆ, 8 ਦੀ ਥਾਂ ਤੇ 9 ਆ ਗਿਆ। ਤਾਂ ਜਦੋਂ ਇਹਨੂੰ ਸਮੀਕਰਨ, ਦੇਖੋ ਆਪਾਂ ਇਹਨੂੰ ਸਮੀਕਰਨ ਰੂਪ 'ਚ ਲਿਖਣਾ ਹੈ। ਸਮੀਕਰਨ 'ਚ ਤਾਂ ਪਹਿਲਾਂ ਆਪਾਂ ਇਸ ਨੂੰ ਪੰਜਾਬੀ 'ਚ ਹੀ ਕਨਵਰਟ ਕਰੀਏ। ਸੰਖਿਆ ਵਿੱਚ 4 ਜੋੜਨ ਤੇ, ਸੰਖਿਆ ਵਿੱਚ 4 ਜੋੜਨ ਤੇ, ਇਹੀ ਕਰਦੇ ਸੀ ਨਾ। x ਵਿੱਚ 5 ਜੋੜਨ ਤੇ x + 5, ਸੰਖਿਆ 'ਚ 4 ਜੋੜਤਾ, ਸੰਖਿਆ + 4 ਕੀ ਪ੍ਰਾਪਤ ਹੁੰਦਾ ਹੈ, 9। ਮੈਂ ਇਹਨੂੰ ਇੱਕ ਵਾਰ ਇੱਥੇ ਛੱਡ ਰਿਹਾ, ਮੈਂ ਇੱਕ ਉਦਾਹਰਨ ਹੋਰ ਲਿਖ ਰਿਹਾ। ਕਿਸੇ ਸੰਖਿਆ ਵਿੱਚੋਂ 3 ਘਟਾਉਣ ਤੇ 8 ਪ੍ਰਾਪਤ ਹੁੰਦਾ ਹੈ। ਸਮੀਕਰਨ ਰੂਪ 'ਚ ਲਿਖੋ ਇਹਨੂੰ, ਇਹ ਵੀ ਹੈ। ਹੁਣ ਫਰਕ ਕੀ ਪੈ ਗਿਆ, x y z ਦੀ ਥਾਂ ਤੇ ਸੰਖਿਆ ਆ ਗਈ। ਸੰਖਿਆ ਵਿੱਚੋਂ 3 ਘਟਾਉਣ ਤੇ ਕਿੰਨਾ ਪ੍ਰਾਪਤ ਹੁੰਦਾ ਹੈ, 8 ਪ੍ਰਾਪਤ ਹੁੰਦਾ ਹੈ ਨਾ। ਤਾਂ ਹੁਣ ਫਰਕ ਕੀ ਪੈ ਗਿਆ ਦੋਸਤੋ, ਜਿਹੜੀਆਂ ਆਹ ਸੰਖਿਆ ਹੈ ਇਹਨੂੰ ਆਪਾਂ ਆਪਣੇ ਕੰਨਿਓ ਅੰਗਰੇਜ਼ੀ ਦੇ ਅੱਖਰ ਦੇ ਨਾਲ ਮੈਂਸ਼ਨ ਕਰ ਦਾਂਗੇ। ਕਿਉਂ? ਤੁਸੀਂ 7ਵੀਂ ਕਲਾਸ 'ਚ ਪੜ੍ਹਦੇ ਹੋ, ਕਿਸੇ ਦਾ ਨਾਮ ਕੁਛ ਹੈ, ਕਿਸੇ ਦਾ ਨਾਮ ਕੋਈ ਹੈ, ਕਿਸੇ ਦਾ ਨਾਮ ਕੋਈ ਹੈ, ਪਰ ਤੁਹਾਡੀ ਕਲਾਸ ਦੇ ਬਾਹਰ 7 ਨੰਬਰ ਲਿਖਿਆ ਹੋਇਆ, 7A ਜਾਂ 7B ਲਿਖਿਆ ਹੋਇਆ ਨਾ, ਕਿ ਹਰੇਕ ਦੇ ਨਾਮ ਦੀ ਲਿਸਟ ਹੈ, ਉੱਥੇ ਨਹੀਂ ਹੈਗੀ। ਤਾਂ ਉੱਥੇ 10 ਤਾਂ ਵੀ 7A ਹੈ, ਸਭ ਕੁਛ ਆ ਗਿਆ। ਉਹੀ ਚੀਜ਼ ਇੱਥੇ ਹੈ, ਸੰਖਿਆ ਆ ਗਈ, ਪਰ ਉਹਨੂੰ ਰਿਪਰੈਜ਼ੈਂਟ ਕਰਨ ਲਈ ਕੀ ਕਰਦੇ ਹਾਂ ਆਪਾਂ ਸੰਖਿਆ ਨੂੰ ਕੋਈ ਵੀ ਇੰਗਲਿਸ਼ ਦਾ ਅੱਖਰ ਮੰਨ ਸਕਦੇ ਹਾਂ।
ਮੰਨ ਲਓ ਸੰਖਿਆ, ਇਹ ਤੁਹਾਡੀ ਮਰਜ਼ੀ ਹੈ, A B C D E F A ਤੋਂ ਲੈ ਕੇ Z ਤੱਕ ਤੁਸੀਂ ਕੋਈ ਵੀ ਅੱਖਰ ਮੰਨ ਲਓ, ਮੈਂ ਉਰੇ A ਮੰਨ ਲਿਆ। ਤਾਂ ਜੇ ਸੰਖਿਆ A ਹੈ, ਸੰਖਿਆ ਦੀ ਥਾਂ ਤੇ A ਆ ਗਿਆ, ਤਾਂ ਉਰੇ ਕੀ ਆ ਗਿਆ, A + 4 ਬਰਾਬਰ ਹੈ 9। ਤਾਂ ਆਪਣੀ ਸਮੀਕਰਨ ਆ ਬਣ ਗਈ। ਇੱਥੇ ਸੰਖਿਆ ਆ ਰਹੀ, ਇੱਥੇ ਆਪਾਂ ਕੋਈ ਹੋਰ ਅੱਖਰ ਮੰਨ ਲੈਂਦੇ ਆ। ਮੰਨ ਲਓ ਸੰਖਿਆ ਬਰਾਬਰ ਹੈ x, ਤਾਂ ਜਿੱਥੇ ਸੰਖਿਆ ਉਹਦੀ ਥਾਂ ਤੇ ਕੀ ਆ ਗਿਆ, x ਆ ਗਿਆ, ਤਾਂ ਇਹ ਬਣ ਗਿਆ x - 3 ਬਰਾਬਰ ਹੈ 8। ਸਮਝ ਆ ਗਿਆ ਨਾ ਕੀ ਫਰਕ ਪਿਆ। ਸਿਰਫ ਉੱਥੇ ਆਪਣੇ ਕੋਲ ਡਾਇਰੈਕਟ ਇੰਗਲਿਸ਼ ਦੇ ਅੱਖਰ ਦਿੱਤੇ ਹੁੰਦੇ ਸੀ, ਇੱਥੇ ਆਪਾਂ ਨੂੰ ਕੀ ਦਿੱਤਾ ਹੈ, ਇੱਥੇ ਸੰਖਿਆ ਲਿਖਤੀ। ਜਾਂ ਉਦਾਹਰਨ ਮੈਂ ਤੁਹਾਨੂੰ ਹੋਰ ਇੱਕ ਸਮਝਾਣਾ ਬੜੀ ਵਧੀਆ ਤਰੀਕੇ ਦੇ। ਕੀ ਲਿਖ ਸਕਦੇ ਆ, ਰਾਜੂ ਦੀ ਉਮਰ ਆਪਣੇ ਪੁੱਤਰ ਦੀ ਉਮਰ ਦੇ 2 ਗੁਣਾ ਤੋਂ 5 ਵੱਧ ਹੈ। ਜੇਕਰ ਰਾਜੂ ਦੀ ਉਮਰ, ਪਹਿਲਾਂ ਕੀ ਲਿਖਿਆ ਹੈ, ਕਹਿੰਦੇ ਰਾਜੂ ਦੀ ਉਮਰ ਆਪਣੇ ਪੁੱਤਰ ਦੀ ਉਮਰ ਦੇ ਦੁੱਗਣੇ ਤੋਂ 5 ਕੀ ਹੈ, ਵੱਧ ਹੈ। ਅਗਰ ਰਾਜੂ ਦੀ ਉਮਰ 69 ਸਾਲ ਹੋਵੇ ਤਾਂ ਸਮੀਕਰਨ ਰੂਪ ਵਿੱਚ ਦਰਸਾਓ। ਦੇਖੋ ਇੱਕ ਸਿੰਪਲ ਕੁਐਸਚਨ ਮੈਂ ਇੱਥੇ ਲਿਖ ਰਿਹਾ। ਦੇਖਣ 'ਚ ਤੁਹਾਨੂੰ ਬੜਾ ਉਲਝਵਾਂ ਲੱਗਦਾ ਹੈ, ਪਰ ਚਿੰਤਾ ਨਾ ਕਰੋ। ਮੈਂ ਤੁਹਾਨੂੰ ਕੀ ਕਿਹਾ, ਸ਼ਬਦ ਤੋਂ ਸ਼ਬਦ। ਰਾਜੂ ਦੀ ਉਮਰ ਆਪਣੇ ਪੁੱਤਰ ਦੀ ਉਮਰ, ਦੇਖੋ ਮੈਂ ਕੁਝ ਨਹੀਂ ਲਿਖ ਰਿਹਾ ਇੱਥੇ, ਜਿਵੇਂ ਜਿਵੇਂ ਹੈਗਾ ਆਪਾਂ ਆਪਦੇ ਕੋਲੋਂ, ਮੈਂ ਕੁਝ ਨਹੀਂ ਲਿਖ ਰਿਹਾ। ਪੁੱਤਰ ਦੀ ਉਮਰ ਦੇ 2 ਗੁਣਾ ਜਾਂ ਦੁੱਗਣੇ, ਦਾ 2 ਗੁਣਾ ਜਾਂ ਦੁੱਗਣੇ ਤੋਂ 5 ਵੱਧ ਹੈ। ਠੀਕ ਹੈ ਜੀ, ਪਹਿਲੀ ਲਾਈਨ ਇਹੀ ਕਹਿ ਰਹੀ ਹੈ, ਰਾਜੂ ਦੀ ਉਮਰ ਪੁੱਤਰ ਦੀ ਉਮਰ ਦੇ 2 ਗੁਣਾ ਜਾਂ ਦੁੱਗਣੇ ਤੋਂ 5 ਵੱਧ ਹੈ। ਰਾਜੂ ਦੀ ਉਮਰ 69 ਸਾਲ ਹੈ। ਆ ਰਿਹਾ ਰਾਜੂ, ਅਗਲੀ ਲਾਈਨ ਦੇਖੋ ਕੀ ਕਿਹਾ, ਇਹ ਹੋ ਗਈ ਪਹਿਲੀ ਲਾਈਨ। ਦੂਜੀ ਚ ਕੀ ਕਿਹਾ, ਰਾਜੂ ਦੀ ਉਮਰ 69 ਸਾਲ ਹੈ। ਆ ਲਓ ਜੀ, ਆ ਤਾਂ ਹੋ ਗਿਆ 69 ਸਾਲ ਦਾ। ਕਿਹਦੇ ਬਰਾਬਰ ਆ ਗਿਆ, ਪੁੱਤਰ ਦੀ ਉਮਰ ਗੁਣਾ 2 + 5। ਤਾਂ ਫਿਰ ਇਹਦੀ ਥਾਂ ਤੇ ਆਪਾਂ ਕੀ ਮੰਨ ਲਿਆ, x। ਆਪਾਂ ਹੀ ਗੱਲ ਕੀਤੀ y z a b c, ਜੋ ਤੁਹਾਡਾ ਮਨ ਹੈ। ਮੰਨ ਲਓ ਪੁੱਤਰ ਦੀ ਉਮਰ, ਮੰਨ ਲਓ ਮੈਂ p ਲੈ ਲਿਆ, ਤਾਂ 69 ਉਵੇਂ ਦਾ ਉਵੇਂ, ਪੁੱਤਰ ਦੀ ਉਮਰ ਦੀ ਜਗ੍ਹਾ ਤੇ ਆ ਗਿਆ p ਗੁਣਾ 2 + 5। ਆਪਾਂ ਗੱਲ ਕੀਤੀ ਹੈ, ਜੁੜਦਾ ਨਹੀਂ ਕਿਉਂਕਿ ਇੱਧਰ ਗੁਣਾ ਇਹਦੀ, ਤੇ p ਗੁਣਾ 2 ਨੂੰ ਆਪਾਂ ਕੀ ਲਿਖ ਸਕਦੇ ਹਾਂ, 2p + 5। ਤਾਂ ਆ ਹੋ ਗਿਆ ਇਹਦਾ ਸਮੀਕਰਨ ਦਾ ਰੂਪ, ਅਗਰ ਆਪਾਂ ਰਾਜੂ ਦੀ ਉਮਰ ਨੂੰ p ਸਾਲ ਮੰਨਿਆ। ਤਾਂ ਦੋਸਤੋ ਇਹ ਸੀ ਸਰਲ ਸਮੀਕਰਨਾਂ ਦਾ ਬੇਸਿਕ ਕਨਸੈਪਟ, ਜਿਸ 'ਚ ਆਪਾਂ ਖੱਬੇ ਸੱਜੇ ਪਾਸੇ ਦੀ ਗੱਲ ਕੀਤੀ ਸੀ, ਕਥਨਾਂ ਬਾਰੇ ਗੱਲ ਕੀਤੀ ਸੀ। ਅਗਲੇ ਲੈਕਚਰ ਦੇ ਵਿੱਚ ਆਪਾਂ ਇਹਨਾਂ ਨੂੰ ਹੱਲ ਕਰਨ ਬਾਰੇ ਗੱਲ ਕਰਾਂਗੇ। ਥੈਂਕ ਯੂ।